ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾਂ। ਸੰਤਨ ਪਹਿ ਆਪ ਉਧਾਰਨ ਆਇਓ। ਸੰਤਨ ਪਹਿ ਆਪ ਉਧਾਰਨ ਆਇਓ। ਰਹਾਉ ਦਰਸ਼ਨ ਭੇਟਤ ਹੋਤ ਪੁਨੀਤਾ। ਹਰ ਹਰ ਮੰਤਰ ਦਿਰੜਾਇਓ। ਕਾਟੇ ਰੋਗ ਭਏ ਮਨ ਨਿਰਮਲ। ਹਰ ਹਰ ਔਖਦ ਖਾਇਓ। ਆਸਥਿਤ ਭਏ ਬਸੇ ਸੁਖ ਥਾਨਾ। ਬਹੁਰ ਨ ਕਤਹੂ ਧਾਇਓ। ਸੰਤ ਪ੍ਰਸਾਦ ਤਰੇ ਕੁਲ ਲੋਗਾ। ਨਾਨਕ ਲਿਪਤ ਨਾ ਮਾਇਓ। ਅਸਥਿਰ ਭਏ ਬਸੇ ਸੁਖ ਥਾਨ। ਬਹੁਰ ਨ ਕਤਹੂ ਧਾਇਓ। ਸੰਤ ਪ੍ਰਸਾਦ ਤਰੇ ਕੁਲ ਲੋਗਾ। ਨਾਨਕ ਲਿਪਤ ਨਾ ਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਆਨੰਦਪੁਰ ਦੇ ਵਾਸੀ ਖਾਲਸੇ ਦੇ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੁਬਾਰਕ ਪਾਵਨ ਇਤਿਹਾਸਕ ਜਿਨ੍ਹਾਂ ਦੇ ਅਸਥਾਨ 'ਤੇ ਪਿਆਰ ਸਤਿਕਾਰ ਨਾਲ ਅੰਮ੍ਰਿਤ ਵੇਲੇ ਦੀ ਹਾਜ਼ਰੀ ਆਪ ਸੰਗਤ ਲਵਾ ਰਹੇ ਹੋ। ਰੂਹਾਨੀਅਤ ਦਾ ਭੰਡਾਰ ਸ਼ਬਦਹ ਗੁਰੂ, ਹਾਜ਼ਰ ਨਾਜ਼ਰ ਗੁਰੂ, ਪ੍ਰਤੱਖ ਗੁਰੂ, ਜੁਗੋ ਜੁਗ ਅਟਲ, ਹਲਤ ਪਲਤ ਕੇ ਰੱਖਿਅਕ, ਨਾਮ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਪਿਆਰ ਮਾਣ ਕੇ ਆਪ ਸੰਗਤ ਆਸ਼ਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ। ਆਓ ਮਿਲਿਆ ਹੋਇਆ ਸਮਾਂ ਸਫਲਾ ਬਣਾਈਏ, ਗੁਰ ਸ਼ਬਦ ਦੀ ਵਿਚਾਰ ਕਰੀਏ। ਕਾਨੜਾ ਰਾਗ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਮੁਬਾਰਕ ਸ਼ਬਦ ਦੀ ਵਿਚਾਰ ਮਨ ਹਿਰਦੇ ਵਿੱਚ ਵਸਾਉਂਦਿਆਂ ਹਾਜ਼ਰੀ ਲਵਾਈਏ। ਸਮੂਹ ਸੰਗਤ ਮਨ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਬਣਾਉਂਦੇ ਹੋਏ ਉਚਾਰਨ ਕਰਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ। ਅੰਮ੍ਰਿਤ ਬਚਨ ਅੰਦਰ ਰਹਾਉ ਵਾਲਾ ਬੰਦ ਹੈ ਕੇਂਦਰੀ ਭਾਵ ਦਾ। ਸੰਤਨ ਪਹਿ ਆਪ ਉਧਾਰਨ ਆਇਓ। ਪਰਮੇਸ਼ਰ ਜਾਰਾ ਰੂਪ ਵਿੱਚ ਜਦੋਂ ਪ੍ਰਗਟ ਹੁੰਦਾ ਹੈ ਤਾਂ ਆਪਣੇ ਭਗਤਾਂ ਰਾਹੀਂ, ਸੰਤ ਜਨਾਂ ਦੇ ਰਾਹੀਂ ਆਪਣੀ ਲੋਕਾਈ ਦੇ ਅੰਦਰ ਜੋ ਕੁਦਰਤ ਨੂੰ ਪਿਆਰ, ਕਾਦਰ ਨੂੰ ਪਿਆਰ ਕਰਦੇ, ਉਹਨਾਂ ਦੇ ਜੀਵਨ ਵਿੱਚੋਂ ਫਿਰ ਆਪ ਪ੍ਰਗਟ ਹੋ ਜਾਂਦਾ। ਜਪਣ ਵਾਲੇ ਸੰਸਾਰ ਵਿੱਚ ਉਧਾਰ ਕਰਨ ਵਾਸਤੇ ਆਉਂਦੇ, ਪਰਉਪਕਾਰ ਵਾਸਤੇ ਆਉਂਦੇ। ਪਰਮੇਸ਼ਰ ਦੇ ਜੀਵਨ ਵਿੱਚ ਵੀ ਜਨਮ ਮਰਨ ਦਾ ਦੁੱਖ ਨਹੀਂ, ਤੇ ਰੱਬ ਦੇ ਜਿਹੜੇ ਪਿਆਰੇ ਨੇ ਉਹਨਾਂ ਦੇ ਜੀਵਨ ਵਿੱਚ ਵੀ ਫਿਰ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਜੇ ਉਹ
ਜਨਮ ਲੈਣ ਵੀ ਤੇ ਉਹ ਪਰਉਪਕਾਰ ਵਾਸਤੇ ਲੈਂਦੇ ਹਨ। ਜਨਮ ਮਰਨ ਦੋਹੂ ਮੈਂ ਨਾਹੀ। ਦੋ ਕਿਹੜੇ ਕਿਹੜੇ ਨੇ? ਇੱਕ ਤਾਂ ਪ੍ਰਮਾਤਮਾ ਹੋ ਗਿਆ, ਅਜੂਨੀ ਹੈ, ਉਹ ਜਨਮ ਵਿੱਚ ਨਹੀਂ ਆਉਂਦਾ। ਤੇ ਸਤ ਸੰਗਤ ਦੂਸਰਾ ਉਹ ਹੈ ਜੋ ਅਵਤਾਰੀ ਪੁਰਖ ਹੈ, ਸੰਤ ਰੂਪ ਵਿੱਚ ਸੰਸਾਰ ਵਿੱਚ ਕੇਵਲ ਨਾਮ ਜਪਾਉਣ ਵਾਸਤੇ ਜਿਸ ਨੂੰ ਭੇਜਿਆ। ਸੰਤਨ ਪੈ ਆਪ ਉਦਾਹਰਨ ਆਇਓ, ਉਧਾਰ ਕਰਨ ਵਾਸਤੇ ਆਏ ਨੇ, ਜਿਨ੍ਹਾਂ ਨੇ ਸੰਸਾਰ ਨੂੰ ਬਹੁਤ ਕੁਝ ਦੇਣਾ। ਪੁੱਛਿਆ ਕੁਝ ਲੈਣਾ ਨਹੀਂ, ਉਹਨਾਂ ਨੇ ਲੈਣਾ ਕੁਝ ਨਹੀਂ ਹੁੰਦਾ। ਉਹਨਾਂ ਨੇ ਸੰਸਾਰ ਨੂੰ ਸਭ ਕੁਝ ਦੇਣਾ ਹੁੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਇਹ ਪਰਉਪਕਾਰ ਵਾਸਤੇ ਸੇਵਕ ਆਉਂਦੇ ਨੇ, ਜਨ ਆਉਂਦੇ ਨੇ। ਜੀ ਦਾਨ ਦੇ ਭਗਤੀ ਲਾਇਨ, ਜੀਵਾਂ ਨੂੰ ਇੱਕ ਦਾਨ ਦਿੰਦੇ ਨੇ ਤਾਂ ਕਿ ਇਹ ਜਿਹੜੇ ਜੀਵ ਨੇ ਨਾਮ ਦਾਨ ਪ੍ਰਾਪਤ ਕਰਕੇ ਭਗਤੀ ਵਿੱਚ ਲੱਗਣ। ਭਗਤੀ ਵਿੱਚ ਲੱਗਣਾ ਸਾਡਾ ਸਾਰਿਆਂ ਦਾ ਮੂਲ ਹੈ। ਤੇ ਸਤ ਸੰਗਤ ਸੰਸਾਰ ਵਿੱਚ ਲੱਗਣਾ ਸਾਡਾ ਮੂਲ ਨਹੀਂ ਹੈ। ਸੰਸਾਰ ਵਿੱਚ ਲੱਗਣਾ ਤਾਂ ਟੈਂਪਰੇਰੀ ਹੈ, ਥੋੜੇ ਚਿਰ ਲਈ ਹੈ। ਇਹ ਹੋ ਸਕਦਾ ਹੈ ਸੰਸਾਰ ਵਿੱਚ ਕੋਈ ਕਿਤਨੇ ਜਨਮਾਂ ਤੋਂ ਲੱਗਾ, ਕਿੰਨੇ ਸਾਲਾਂ ਤੋਂ ਲੱਗਿਆ, ਕੀ ਪ੍ਰਾਪਤ ਕੀਤਾ ਪਤਾ ਲੱਗੇਗਾ ਕੁਝ ਵੀ ਨਹੀਂ। ਸੰਸਾਰ ਵਿੱਚ ਲੱਗਿਆ, ਪ੍ਰਾਪਤੀ ਕੁਝ ਵੀ ਨਹੀਂ। ਪਰ ਜਦੋਂ ਭਗਤੀ ਵਿੱਚ ਲੱਗਿਆ ਫਿਰ ਪਤਾ ਲੱਗੇਗਾ ਸਭ ਪ੍ਰਾਪਤੀ ਹੀ ਹੈ, ਕਿਉਂਕਿ ਆਪ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ। ਵਾਹਿਗੁਰੂ ਨਾਲ ਮਿਲਾਉਣ ਵਾਸਤੇ ਆਉਂਦੇ ਨੇ। ਤੇ ਸਤ ਸੰਗਤ ਮੰਗ ਵੀ ਕੀਤੀ ਗਈ ਹੈ ਕਿ ਪਰਮੇਸ਼ਰ ਜੀ, ਵਾਹਿਗੁਰੂ ਜੀ, ਐਸੀ ਮੰਗ ਗੋਬਿੰਦ ਤੇ, ਮੈਂ ਇਹੋ ਜੀ ਇੱਕ ਦਾਤ ਮੰਗਦਾ ਹਾਂ ਝੋਲੀ ਅੱਡ ਕੇ। ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਸੰਤਾਂ ਦੀ ਟਹਿਲ, ਜਪਣ ਵਾਲਿਆਂ ਦੀ ਸੇਵਾ ਬਖਸ਼ ਦਿਓ। ਸੰਗ ਸਾਧੂ ਕਾ, ਸਤ ਸੰਗਤ ਬਖਸ਼ ਦਿਓ ਪੂਰੇ ਗੁਰੂ ਦੀ। ਹਰ ਨਾਮਾ ਜਪ ਪਰਮ ਗਤੇ, ਨਾਮ ਦੇ ਦਿਓ ਜਿਸ ਨਾਲ ਮੇਰੀ ਪਰਮ ਗਤੀ ਹੋਵੇ। ਸਤ ਸੰਗਤ ਭਗਤ ਨਾਮਦੇਵ ਜੀ ਨੇ ਇਸੇ ਕਰਕੇ ਕਿਹਾ, ਪਰਮੇਸ਼ਰ ਜੀਓ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਐ ਪ੍ਰਮਾਤਮਾ ਕਿਹਨੂੰ ਨਹੀਂ ਤਾਰਿਆ, ਤੁਸੀਂ ਸਾਰਿਆਂ ਨੂੰ ਹੀ ਤਾਰਿਆ, ਸਭ ਉੱਤੇ ਕਿਰਪਾ ਕਰ ਦਿੱਤੀ। ਪਰ ਬਾਸ਼ਰਤ ਜਿਨ੍ਹਾਂ ਨੇ ਬੰਦਗੀ ਕੀਤੀ, ਇਬਾਦਤ ਕੀਤੀ। ਇਥੋਂ ਤੱਕ ਭਗਤ ਸਹਿਬਾਨ, ਭਗਤ ਰਵਿਦਾਸ ਸਾਹਿਬ ਕਹਿੰਦੇ, ਆਪਨ ਬਾਪੈ ਨਾਹੀ ਕਿਸੀ ਕੋ। ਰੱਬ ਕਿਸੇ ਦਾ ਬਾਪ ਨਹੀਂ ਹੈ ਕਿ ਇਕੱਲਾ ਕਹੇ ਕਿ ਮੇਰਾ ਇਹ ਬਾਪ ਹੈ, ਬਾਕੀਆਂ ਦਾ ਇਹ ਬਾਪ ਨਹੀਂ ਲੱਗਦਾ। ਬਾਕੀਆਂ ਦਾ ਕਿਸੇ ਦਾ ਤਾਇਆ ਲੱਗਦਾ, ਕਿਸੇ ਦਾ ਚਾਚਾ ਲੱਗਦਾ, ਕਿਸੇ ਦਾ ਫੁੱਫੜ ਲੱਗਦਾ, ਕਿਸੇ ਦਾ ਮਾਸੜ ਲੱਗਦਾ, ਕਿਸੇ ਦਾ ਮਾਮਾ ਲੱਗਦਾ, ਪਰ ਮੇਰਾ ਇਕਲੌਤੇ ਦਾ, ਇਕੱਲੇ ਦਾ ਪਿਤਾ ਲੱਗਦਾ, ਕਿਉਂਕਿ ਮੈਂ ਇਕੱਲਾ ਹਾਂ। ਇਹ ਸੰਸਾਰ ਦੇ ਪਿਤਾ ਲਈ ਤਾਂ ਕਿਹਾ ਜਾਂਦਾ ਕਿ ਮੇਰਾ ਪਿਤਾ, ਹੋਰ ਕਿਸੇ ਦਾ ਨਹੀਂ। ਪਰ ਗੁਰੂ ਸਵਾਰਿਓ, ਇੱਕ ਅਕਾਲ ਪੁਰਖ ਪਿਤਾ ਹੈ ਜਿਸ ਬਾਰੇ ਨਹੀਂ ਕਿਹਾ ਜਾ ਸਕਦਾ ਕੇਵਲ ਮੇਰਾ। ਭਗਤ ਸਹਿਬਾਨ ਕਹਿੰਦੇ, ਉਹ ਕਿਸ ਦਾ ਫਿਰ? ਭਾਵਨ ਕੋ ਹਰ ਰਾਜਾ। ਕੋਈ ਭਾਵਨਾ ਨਾਲ ਕਹੇ ਮੇਰਾ ਪਿਤਾ ਹੈ, ਉਸ ਦਾ ਪਿਤਾ ਬਣ ਜਾਂਦਾ ਹੈ। ਕੋਈ ਭਾਵਨਾ ਨਾਲ ਕਹੇ ਪਰਮਾਤਮਾ ਮੇਰੀ ਮਾਂ ਹੈ,
ਉਸ ਦੀ ਮਾਂ ਵਾਲਾ ਉਸ ਨੂੰ ਪਿਆਰ ਮਮਤਾ ਬਖਸ਼ ਦਿੰਦੇ ਹਨ। ਇਸੇ ਸੰਦਰਭ ਵਿੱਚ ਤਾਂ ਕਿਹਾ ਗਿਆ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ। ਉਹ ਵੱਖਰੇ ਵੱਖਰੇ ਢੰਗ ਨਾਲ ਪ੍ਰਤਪਾਲਣਾ ਕਰਦਾ ਹੈ। ਗੁਰੂ ਸਵਾਰਿਓ, ਜਿਹੜੀ ਮਾਈ ਪਿਰਾਈ ਹੈ ਇਤਿਹਾਸ ਵਿੱਚ ਆਈ ਹੈ, ਸ਼੍ਰੀ ਖਡੂਰ ਸਾਹਿਬ ਦੀ ਨਿਵਾਸੀ ਬਾਬਾ ਫੇਰੂ ਮੱਲ ਜੀ ਜਦੋਂ ਮੱਤੇ ਕੀ ਸਰਾਂ ਮੁਕਤਸਰ ਸਾਹਿਬ ਜੋ ਅੱਜ ਹੈ, ਉੱਥੋਂ ਜਦੋਂ ਸਤ ਸੰਗਤ ਉਜਾੜੇ ਹੋਏ ਇਲਾਕੇ ਦੇ, ਤਾਂ ਫਿਰ ਇੱਥੇ ਆ ਕੇ ਵਸ ਗਏ ਖਡੂਰ ਸਾਹਿਬ। ਮਾਈ ਪਿਰਾਈ ਮਾਤਾ ਪਿਰਾਈ ਜੀ ਕੋਈ ਬਾਬਾ ਫੇਰੂ ਮੱਲ ਦੀ ਸਕੀ ਭੈਣ ਨਹੀਂ ਹੈ, ਪਰ ਪਿਆਰ ਸਕੀਆਂ ਭੈਣਾਂ ਨਾਲੋਂ ਵੀ ਵੱਧ ਹੈ। ਸਤਿਕਾਰ ਬੜਾ, ਪਿਆਰ ਬੜਾ। ਜਿਹੜੇ ਸ਼ੁਭ ਕਰਮਾਂ ਵਿੱਚ ਬਾਬਾ ਫੇਰੂ ਮੱਲ ਲੱਗੇ ਨੇ, ਉਹਨਾਂ ਹੀ ਸ਼ੁਭ ਕਰਮਾਂ ਦੇ ਵਿੱਚ ਮਾਈ ਪਿਰਾਈ ਵੀ ਲੱਗੀ ਹੋਈ ਹੈ। ਇਸ ਵਾਸਤੇ ਧੰਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਸਤਿਗੁਰੂ ਜੀ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਆਰੰਭ ਕਰਦੇ ਨੇ, ਤੇ ਮਾਈ ਪਿਰਾਈ ਨੂੰ ਬੜੀ ਖੁਸ਼ੀ ਹੁੰਦੀ ਹੈ। ਉਹ ਕਹਿੰਦੀ ਹੈ, ਇੱਥੇ ਪਿੱਛੇ ਪਰਿਵਾਰ ਦਾ, ਬੱਚਿਆਂ ਦਾ ਤੁਸੀਂ ਫਿਕਰ ਨਾ ਕਰੋ। ਮਾਤਾ ਖੀਵੀ, ਫਿਰ ਗੁਰੂ ਕੇ ਪੁੱਤਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਇਹਨਾਂ ਦਾ ਧਿਆਨ ਮੈਂ ਆਪੇ ਰੱਖ ਲਾਂਗੀ। ਬਾਬਾ ਲਹਿਣਾ ਜੀ ਨੂੰ ਵਾਰ-ਵਾਰ ਕਹਿੰਦੀ ਹੈ, ਤੁਸੀਂ ਸਮਰਪਿਤ ਹੋ ਕੇ ਸੇਵਾ ਵਿੱਚ ਲੱਗੋ ਗੁਰੂ ਦੀ। ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ, ਕਰਤਾਰਪੁਰ ਰਹਿ ਕੇ ਸੇਵਾ ਕਰਨ ਦਾ ਇਹ ਸਮਾਂ ਜਿਹੜਾ ਤੁਹਾਨੂੰ ਜੀਵਨ ਦਾ ਮਿਲਿਆ, ਇਸ ਵਿੱਚ ਪਿੱਛੇ ਖਿਆਲ ਨਾ ਕਰਿਆ ਕਰੋ। ਪਿੱਛੇ ਜੋ ਹੋਵੇਗਾ ਉਹੀ ਹੋਵੇਗਾ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਅਸੀਂ ਬੈਠੇ ਹਾਂ, ਅਸੀਂ ਆਪ ਸੰਭਾਲ ਕਰ ਲਵਾਂਗੇ ਪਰਿਵਾਰ ਦੀ। ਕਿੰਨਾ ਵੱਡਾ ਯੋਗਦਾਨ ਹੋਏਗਾ ਮਾਈ ਪਿਰਾਈ ਦਾ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਵਿੱਚ ਲੱਗਣ ਵਿੱਚ ਮਦਦ ਕਰਨਾ, ਸਲਾਹ ਦੇਣੀ। ਬੜੀ ਚੰਗੀ ਸਲਾਹ ਦਿੱਤੀ। ਕੁਝ ਉਹ ਵੀ ਹੋਣਗੇ ਜਿਨ੍ਹਾਂ ਨੇ ਸਲਾਹ ਦਿੱਤੀ ਹੋਵੇਗੀ, ਲੈਣਿਆ ਤੇਰੀ ਦੁਕਾਨਦਾਰੀ ਦਾ ਕੀ ਬਣੇਗਾ, ਲੈਣਿਆ ਤੇਰੇ ਘਰ ਵਿੱਚ 4 ਪ੍ਰਸ਼ਾਦੇ ਪਕਦੇ ਨੇ, ਇਹ ਵੀ ਨਹੀਂ ਪਕਣੇ ਜੇ ਤੂੰ ਘਰ ਛੱਡ ਕੇ ਚਲੇ ਗਿਓ। ਪਰ ਬਾਬਾ ਲਹਿਣਾ ਜੀ ਮਨਮੁਖਾਂ ਦੀਆਂ ਗੱਲਾਂ ਨਹੀਂ ਸੁਣਦੇ, ਪਿੱਛੇ ਹਟਣ ਵਾਲੀਆਂ ਗੱਲਾਂ ਨਹੀਂ ਸੁਣਦੇ। ਉਹਨਾਂ ਦੀ ਸਲਾਹ ਨੂੰ ਮਨ ਵਿੱਚ ਭਾਵਨਾ ਬਣਾ ਲੈਂਦੇ ਨੇ, ਭਾਵਨਾ ਵਿੱਚ ਰੱਖ ਲੈਂਦੇ ਨੇ ਉਹਨਾਂ ਦੀਆਂ ਵਿਚਾਰਾਂ ਨੂੰ, ਜਿਹੜੇ ਕਹਿੰਦੇ ਨੇ ਲੈਣਿਆ ਸੇਵਾ ਵਾਰ-ਵਾਰ ਨਹੀਂ ਮਿਲਦੀ, ਮਨੁੱਖਾ ਜੀਵਨ ਵਾਰ-ਵਾਰ ਨਹੀਂ ਮਿਲਦਾ। ਇੱਕ ਤਾਂ ਤੈਨੂੰ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਮਿਲਦਾ, ਦੂਸਰਾ ਤੈਨੂੰ ਸੇਵਾ ਮਿਲਦੀ ਹੈ, ਤੀਸਰਾ ਉਸ ਘਰ ਵਿੱਚ ਸੇਵਾਦਾਰ ਬੜੇ ਹੀ। ਇੱਕ ਦਿਨ ਤੂੰ ਨਦਰ ਦਾ ਪਾਤਰ ਬਣ ਜਾਵੇਂਗਾ ਜੇ ਤੂੰ ਸਮਰਪਿਤ ਹੋ ਕੇ ਸੇਵਾ ਕਰਦਾ ਰਿਹਾ। ਤੇਰੇ ਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋ ਜਾਏਗੀ। 7 ਸਾਲ ਘਰ ਵਾਪਸ ਕਦੇ ਕਦਾਈ ਕਿਤੇ ਆਉਣਾ। ਮਾਤਾ ਖੀਵੀ ਧੰਨ ਹੈ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਪਿਤਾ ਵਾਲਾ ਪਿਆਰ ਵੀ ਦਿੰਦੀ ਸੀ ਬੱਚਿਆਂ ਨੂੰ, ਦੋਵਾਂ ਪੁੱਤਾਂ ਨੂੰ। ਮਾਤਾ ਖੀਵੀ ਦੀ ਇਹ ਭਾਵਨਾ ਹੈ, ਜਿਵੇਂ ਅੱਜ ਸਾਨੂੰ ਸਮਝਾਇਆ ਜਾਂਦਾ ਹੈ ਨਾ, ਜੇ ਅਸੀਂ ਗੁਰਦੁਆਰੇ ਜਾਵਾਂਗੇ ਤੇ ਸਾਡੀ ਭਾਵਨਾ ਬਣੀ ਰਹੇਗੀ, ਗੁਰਦੁਆਰੇ ਲਾਏ ਭਾਵਨੀ
ਇੱਕ ਨਾ 10ਵਾਂ ਦਵਾਰ ਦਿਖਾਇਆ। ਸਾਡੀ ਭਾਵਨਾ ਬਣੀ ਰਹੇਗੀ ਅਕਾਲ ਪੁਰਖ ਦਾ ਅਸੀਂ ਦਰਸ਼ਨ ਕਰਨਾ। ਸਾਡੀ ਭਾਵਨਾ ਬਣੀ ਰਹੇਗੀ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਸਤਿਕਾਰ ਕਰਨਾ। ਸਾਡੀ ਭਾਵਨਾ ਬਣੀ ਰਹੇਗੀ ਕਿਰਤ ਕਰਨੀ ਹੈ, ਦਸਵੰਧ ਕੱਢਣਾ। ਸਾਡੀ ਭਾਵਨਾ ਬਣੀ ਰਹੇਗੀ ਸਤ ਸੰਗਤ ਕਰਨੀ ਹੈ। ਸਾਡੀ ਭਾਵਨਾ ਬਣੀ ਰਹੇਗੀ ਗੁਰੂ ਸਵਾਰਿਓ, ਜੇ ਘਰ ਵਿੱਚ ਵੀ ਪ੍ਰਸ਼ਾਦਾ ਤੇ ਲੰਗਰ ਬਣਿਆ, ਪਹਿਲੋਂ ਅਰਦਾਸਾ ਸੋਧਾਂਗੇ ਫਿਰ ਪ੍ਰਸ਼ਾਦਾ ਛਕਾਂਗੇ। ਕਿਉਂਕਿ ਗੁਰੂ ਘਰ ਦੇ ਲੰਗਰ ਵਿੱਚ ਪਹਿਲਾਂ ਅਰਦਾਸਾ ਹੁੰਦਾ ਹੈ, ਅਰਦਾਸ ਕੀਤੀ ਜਾਂਦੀ ਹੈ, ਫਿਰ ਪ੍ਰਸ਼ਾਦ ਗੁਰੂ ਕਾ ਲੰਗਰ ਫਿਰ ਵਰਤਾਇਆ ਜਾਂਦਾ ਹੈ। ਇਸੇ ਪ੍ਰਕਾਰ ਫਿਰ ਸਾਡੀ ਭਾਵਨਾ ਬਣੇਗੀ ਅਸੀਂ ਘਰ ਵਿੱਚ ਵੀ ਐਸਾ ਹੀ ਕਰੀਏ। ਜੇ ਇੱਥੇ ਕਰ ਰਹੇ ਹਾਂ ਘਰ ਵਿੱਚ ਵੀ ਐਸਾ ਕਰੀਏ। ਤੇ ਜੇ ਇੱਥੇ ਹਰ ਇੱਕ ਨੂੰ ਮਿਲਣ ਵਾਲੇ ਨੂੰ ਫਤਿਹ ਬੁਲਾ ਰਹੇ ਹਾਂ, ਸਤਿਕਾਰ ਦੇ ਰਹੇ ਹਾਂ, ਚੰਗੀ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ, ਕਿਸੇ ਨੂੰ ਬੁਰੀ ਦ੍ਰਿਸ਼ਟੀ ਨਾਲ ਨਹੀਂ ਦੇਖ ਰਹੇ। ਕਿਉਂਕਿ ਧਾਰਮਿਕ ਸਥਾਨ 'ਤੇ ਆਇਆ, ਕੋਈ ਇਤਿਹਾਸਕ ਸਥਾਨ 'ਤੇ ਆਇਆ, ਕੋਈ ਦੂਰੋਂ ਆਇਆ, ਕੋਈ ਨੇੜੋਂ ਚੱਲ ਕੇ ਆਇਆ ਹੋਏਗਾ। ਹਰ ਇੱਕ ਨੂੰ ਅਸੀਂ ਪਿਆਰ ਵਾਲੀ ਦ੍ਰਿਸ਼ਟੀ ਨਾਲ ਦੇਖਦੇ ਹਾਂ। ਇੱਕ ਭਾਵਨਾ ਹੈ, ਇੱਕ ਭਾਵਨਾ ਹੈ। ਤੇ ਇਸੇ ਪ੍ਰਕਾਰ ਜਦੋਂ ਆਪਣੇ ਘਰ ਵਿੱਚ ਕੋਈ ਆ ਜਾਏ ਜਿਸ ਨੂੰ ਅਸੀਂ ਨਹੀਂ ਵੀ ਜਾਣਦੇ, ਕਦੇ ਸ਼ਕਲੋ ਸੂਰਤ ਨਹੀਂ ਉਸ ਦੀ ਦੇਖੀ, ਆ ਜਾਏ ਤੇ ਫਿਰ ਉਸ ਨੂੰ ਵੀ ਇੱਦਾਂ ਹੀ ਜਿਵੇਂ ਇੱਥੇ ਹਰ ਇੱਕ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਦੇ ਹਾਂ, ਬਰਾਬਰ ਦ੍ਰਿਸ਼ਟੀ ਨਾਲ, ਪਿਆਰ ਵਾਲੀ ਦ੍ਰਿਸ਼ਟੀ ਨਾਲ ਜੇ ਇੱਥੇ ਦੇਖਦੇ ਹਾਂ, ਤੇ ਘਰ ਵਿੱਚ ਕੋਈ ਆ ਜਾਏ, ਵਿਹੜੇ ਵਿੱਚ ਕੋਈ ਆ ਜਾਏ, ਤੇ ਉਸ ਨੂੰ ਵੀ ਅਸੀਂ ਭਾਵਨਾ ਨਾਲ ਉਸੇ ਪਿਆਰ ਵਾਲੀ ਦ੍ਰਿਸ਼ਟੀ ਨਾਲ ਦੇਖਣਾ। ਇਹ ਭਾਵਨਾ ਬਣਾਉਣੀ ਹੈ। ਇੱਥੇ ਜੇ ਅਸੀਂ ਸਤ ਸੰਗਤ ਕਰ ਰਹੇ ਹਾਂ ਤੇ ਕਹਿੰਦੇ ਹਾਂ ਗੱਲ ਸੁਣ ਲੈ ਮੇਰੀ, ਆਪਾਂ ਬੈਠੇ ਹਾਂ ਗੁਰਦੁਆਰੇ, ਮੈਂ ਤੈਨੂੰ ਸੱਚ ਕਹਿਣਾ, ਇੱਦਾਂ ਕਹਿੰਦੇ ਆ ਨਾ, ਗੱਲ ਕੋਈ ਕਰਨੀ ਹੋਵੇ, ਵੇਖ ਆਪਾਂ ਗੁਰਦੁਆਰੇ ਬੈਠੇ ਹਾਂ, ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਸੱਚ ਕਹਿ ਰਿਹਾ, ਆਪਾਂ ਗੁਰਦੁਆਰੇ ਬੈਠੇ ਹਾਂ। ਭਾਈ ਇਹੀ ਭਾਵਨਾ ਤਾਂ ਬਣਾਉਣੀ ਸੀ। ਭਾਵੇਂ ਤੂੰ ਦੁਕਾਨ 'ਤੇ ਬੈਠਾ, ਭਾਵੇਂ ਵਪਾਰ ਕਰ ਰਿਹਾ, ਭਾਵੇਂ ਖੇਤ ਵਿੱਚ ਹੈ, ਭਾਵੇਂ ਦਾਣਾ ਮੰਡੀ ਬੈਠਾ, ਸਬਜ਼ੀ ਮੰਡੀ ਬੈਠਾ, ਜਾਂ ਤੂੰ ਕਿਤੇ ਵੀ ਬੈਠਾ ਹੋਵੇਂ, ਵਿਆਹ 'ਤੇ ਜਾਂ ਕਿਸੇ ਮਰਗ 'ਤੇ ਵੀ ਬੈਠਾ ਹੋਵੇਂ, ਅਫਸੋਸ ਕਰਨ ਗਿਆ, ਇਹੀ ਭਾਵਨਾ ਤਾਂ ਉੱਥੇ ਬਣਾਉਣੀ ਹੈ ਕਿ ਜੋ ਮੈਂ ਤੈਨੂੰ ਕਹਿ ਰਿਹਾ ਹਾਂ ਉਹ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ ਹਾਂ ਤੇ ਠੀਕ ਕਹਿ ਰਿਹਾ ਹਾਂ। ਜੋ ਕਹਿ ਰਿਹਾ ਹਾਂ ਨਾ, ਉਹ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿ ਰਿਹਾ ਹਾਂ। ਫਿਰ ਸਾਡੀ ਕਹਿਣੀ ਵਿੱਚ ਪਵਿੱਤਰਤਾ। ਚਾਰ ਗੱਲਾਂ ਹੁੰਦੀਆਂ ਨੇ ਗੁਰਮੁਖਾਂ ਦੇ ਜੀਵਨ ਦੀਆਂ, ਕਿਉਂਕਿ ਅੱਜ ਸ਼ਬਦ ਸੰਤਨ ਆਇਆ, ਵਾਹਿਗੁਰੂ ਦੇ ਭਗਤ ਸ਼ਬਦ ਆਇਆ ਕਿ ਭਗਤ ਜਨਾਂ ਦਾ ਰੱਬ ਨਾਲ ਪਿਆਰ ਕਿਉਂ ਹੈ, ਸਾਂਝ ਕਿਉਂ ਹੈ? ਕਿਉਂਕਿ ਭਗਤ ਜਨ ਆਪਣੀ ਰਹਿਣੀ, ਬਹਿਣੀ, ਸਹਿਣੀ, ਕਹਿਣੀ ਇੱਕ ਬਰਾਬਰ ਬਣਾ ਲੈਂਦੇ ਨੇ। ਸਭ ਤੋਂ ਪਹਿਲੀ ਹੈ ਰਹਿਣੀ, ਰਹਿਤ। ਕਲਗੀਧਰ ਪਿਤਾ ਰਹਿਤ ਰੱਖਣ ਵਾਲੇ ਨੂੰ ਪਿਆਰ ਕਰਦੇ ਨੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਅੱਜ ਸਾਨੂੰ ਭਾਵਨਾ ਬਣਾਉਣੀ ਪਵੇਗੀ। ਗੁਰਦੁਆਰੇ ਲਾਏ ਭਾਵਨੀ, ਇਹ ਭਾਵਨਾ ਸਾਨੂੰ ਗੁਰੂ ਘਰੋਂ ਮਿਲੇਗੀ। ਬਚਨ ਕੀਤੇ ਨੇ ਨਾ ਭਾਈ ਗੁਰਦਾਸ ਜੀ ਨੇ ਵੀ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕੋਈ ਭਾਵਨਾ ਨਾਲ ਗੁਰੂ ਅੱਗੇ ਕੌਡੀ ਵੀ ਕਹਿੰਦੇ ਰੱਖਦਾ,
ਗੁਰੂ ਸਾਰੇ ਖਜ਼ਾਨੇ ਉਸ ਨੂੰ ਦਿੰਦਾ ਹੈ। ਇਸ ਮੁਬਾਰਕ ਵਾਕ ਨੂੰ ਭਾਈ ਗੁਰਦਾਸ ਜੀ ਨੇ ਇੱਥੋਂ ਆਰੰਭ ਕੀਤਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਅੱਗੋਂ ਲੈਣ ਵਾਸਤੇ ਆਉਂਦੇ ਨੇ, ਕੋਈ ਭਾਵਨਾ ਬਣਾਵੇ। ਤੇ ਮਾਤਾ ਪਿਰਾਈ ਦੀ ਕਿੱਡੀ ਵੱਡੀ ਭਾਵਨਾ ਸੀ, ਕਹਿੰਦੀ ਸੀ ਲੈਣਿਆ ਗੁਰੂ ਦੀ ਸੇਵਾ ਕਰਦਾ ਸਮਰਪਿਤ ਹੋ ਕੇ ਕਰਿਆ ਕਰ, ਪਿੱਛੇ ਪਰਿਵਾਰ ਦਾ ਖਿਆਲ ਨਾ ਕਰਿਆ ਕਰ, ਪਿੱਛੇ ਜੋ ਹੋਵੇਗਾ ਅਸੀਂ ਆਪੇ ਸੰਭਾਲ ਲਵਾਂਗੇ, ਗੁਰੂ ਭਲੀ ਕਰੇਗਾ। ਘਰ ਵੀ ਚੱਲਦਾ ਰਿਹਾ। ਭਾਵਨਾ ਵਿੱਚ ਭਿੱਜ ਕੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਦੇ ਰਹੇ, ਸਮਰਪਿਤ ਹੋਏ ਰਹੇ ਸੇਵਾ ਨੂੰ। ਗੁਰਦੇਵ ਬਚਨ ਕਰਦੇ ਕਿ ਇੱਕ ਕਦਮ ਚੱਲੋ, ਗੁਰੂ ਕਰੋੜਾਂ ਕਦਮ ਅੱਗੋਂ ਲੈਣ ਆਉਂਦਾ ਹੈ। ਇਹ ਜਿਹੜੇ ਚਰਨ ਨੇ, ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਬਾਬੇ ਨੇ ਵੀ ਬਚਨ ਕੀਤਾ ਕਿ ਸੱਚ ਦੇ ਮਾਰਗ ਤੇ ਆਪਾਂ ਇਹਨਾਂ ਕਦਮਾਂ ਨੂੰ ਤੋਰਨਾ ਹੈ। ਇਹਨਾਂ ਕਦਮਾਂ ਨੂੰ ਜੇ ਸੱਚ ਦੇ ਮਾਰਗ ਤੇ ਤੋਰਨਾ ਹੈ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਅਗਲੀ ਪੰਕਤੀ ਧਿਆਨ ਮੰਗੇਗੀ, ਓਨੀ ਮੰਦੇ ਪੈਰ ਨਾ ਰੱਖਿਓਸ, ਕਰ ਸੋ ਕ੍ਰਿਤ ਧਰਮ ਕਮਾਇਆ। ਹੱਥਾਂ ਨਾਲ ਸੋ ਕਿਰਤ ਕਰਦਾ। ਤੇ ਇਹਨਾਂ ਕਦਮਾਂ ਬਾਰੇ ਸ਼ਬਦ ਆ ਗਿਆ, ਓਨੀ ਮੰਦੇ ਪੈਰ ਨਾ ਰੱਖਿਓਸ। ਉਸ ਦੇ ਕਦਮ ਮੰਦੇ ਪਾਸੇ ਨਹੀਂ, ਉਸ ਦੇ ਕਦਮ ਚੰਗੇ ਪਾਸੇ ਜਾਂਦੇ ਨੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਇਹਨਾਂ ਕਦਮਾਂ ਨੂੰ ਪੈਰਾਂ ਨੂੰ ਮੁਬਾਰਕ ਕਿਹਾ, ਗੁਰ ਸੇਵਾ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਵਤਨ ਪਰ ਉਪਕਾਰਨੋ ਕਰ ਪਾਰ ਵਸਾਂਦੇ। ਭਾਈ ਗੁਰਦਾਸ ਜੀ ਲਿਖਦੇ ਨੇ, ਗੁਰ ਸੇਵਾ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਸਤ ਸੰਗਤ ਭਾਵਨਾ ਸਾਡੇ ਮਨ ਦੀ ਲੈ ਕੇ ਸਾਨੂੰ ਸਾਡੇ ਕਦਮ ਆਉਂਦੇ ਨੇ, ਪੈਰ ਆਉਂਦੇ ਨੇ, ਕਿਉਂਕਿ ਸਾਰਾ ਭਾਰ ਸਰੀਰ ਦਾ ਪੈਰਾਂ ਨੇ ਉਠਾਇਆ ਹੋਇਆ ਹੈ। ਤੇ ਕਦੇ ਇਹ ਨਹੀਂ ਮਹਿਸੂਸ ਹੋਣ ਦਿੰਦੇ ਕਿ ਅਸੀਂ ਭਾਰ ਚੁੱਕਿਆ, ਅੱਜ ਚੁੱਕਿਆ ਕੱਲ ਨੂੰ ਨਹੀਂ ਚੁੱਕਾਂਗੇ। ਨਹੀਂ, ਇੱਦਾਂ ਨਹੀਂ। ਹਮੇਸ਼ਾ ਲਈ ਇਹ ਜਿਹੜੇ ਪੈਰ ਨੇ, ਕਦਮ ਨੇ, ਇਹ ਪਰਉਪਕਾਰ ਵਾਲੇ ਪਾਸੇ ਚੱਲਦੇ ਨੇ। ਗੁਰੂ ਪਾਤਸ਼ਾਹ ਸਤਿਗੁਰੂ ਦੇ ਘਰ ਅੰਦਰ ਅੱਜ ਜਿਹੜਾ ਬਚਨ ਆਇਆ ਕਿ ਸੰਤਨ ਪੈ ਆਪ ਉਧਾਰਨ ਆਇਓ। ਰੱਬ ਦੇ ਭਗਤ ਉਧਾਰ ਵਾਸਤੇ, ਭਲੇ ਵਾਸਤੇ, ਪਰਉਪਕਾਰ ਵਾਸਤੇ ਆਉਂਦੇ ਨੇ। ਜਿਹੜੀ ਭਾਵਨਾ ਇੱਥੇ ਹੈ, ਸਾਡੀ ਇੱਥੇ ਭਾਵਨਾ ਹੈ ਕਿ ਸੰਗਤ ਦੇ ਜੋੜੇ ਸਾਫ਼ ਕਰੀਏ। ਇੱਥੇ ਸਾਡੀ ਭਾਵਨਾ ਹੈ ਕਿ ਗੁਰੂ ਘਰ ਝਾੜੂ ਦੇਈਏ। ਇੱਥੇ ਸਾਡੀ ਭਾਵਨਾ ਹੈ ਕਿ ਗੁਰੂ का ਲੰਗਰ ਤਿਆਰ ਕਰਵਾਈਏ, ਲੰਗਰ ਪਕਾਈਏ। ਇੱਥੇ ਸਾਡੀ ਭਾਵਨਾ ਹੈ ਗੁਰੂ ਕੀ ਸੰਗਤ ਦੇ ਭਾਂਡੇ ਮਾਂਜੀਏ। ਇਹ ਸਾਰੀ ਜਿਹੜੀ ਭਾਵਨਾ ਹੈ ਇੱਥੋਂ ਸਿੱਖਣਾ ਤੇ ਸਮਾਜ ਵਿੱਚ ਸੇਵਾ ਕਰਨੀ ਹੈ। ਸੇਵਾ ਸਮਾਜ ਵਿੱਚ ਕਰਨੀ ਹੈ। ਤੇ ਸੇਵਾ ਕਰਦੇ ਹੋਇਆਂ ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਸੇਵਾ ਕਰ ਰਿਹਾ, ਇਹ ਸੋਚਣਾ ਮਹਾਰਾਜ ਮੇਰੇ ਕੋਲੋਂ ਸੇਵਾ ਕਰਵਾ ਰਹੇ ਹਨ, ਤੇ ਜਿਹੜੀ ਸੇਵਾ ਮੇਰੇ ਕੋਲੋਂ ਕਰਵਾ ਰਹੇ ਹਨ ਉਹ ਆਪ ਕਰਵਾ ਰਹੇ ਹਨ। ਉਸ ਵਿੱਚ ਅਰਦਾਸ ਰੋਜ਼ ਕਰਨੀ ਹੈ ਕਿ ਪਾਤਸ਼ਾਹ ਸੇਵਾ ਕਰਕੇ ਹਉਮੈ ਤੋਂ ਬਚਾ ਲਓ, ਮੈਂ ਮੇਰੀ ਤੋਂ ਬਚਾਓ। ਕਿਉਂਕਿ ਗੁਰਦੇਵ ਪਿਤਾ ਨੇ ਇੱਕ ਵਾਕ ਸਾਡੀ ਝੋਲੀ ਪਾਇਆ,
महाराज कहते ने काम ना बिसरियो, क्रोध ना बिसरियो, लोभ ना छूटियो देवा, पर निंदा मुख ते नहीं छूटी, निफल भई सब सेवा। जिन्हां ने काम नहीं विसारिया, क्रोध नहीं विसारिया, हौमे नहीं भुलाई, जिन्हां ने अपने जीवन दे अंदर पर निंदा मुख ते नहीं छूटी, निंदा करनी छड्डी नहीं। वेखो निंदा उसे दी बंदा करेगा ना जिसनूं जाणदा, ते जिसनूं जाणदा ही नहीं उहदी की निंदा कर लेगा। गुरदेव कहंदे पर निंदा मुख ते नहीं छूटी, निफल भई सब सेवा। कीती सेवा निफल चली गई, व्यर्थ चली गई। क्यों? ਜਿਹੜੇ ਔਗਣ ਛੱਡਣੇ ਸੀ ਉਹ ਛੱਡੇ ਨਹੀਂ, ਜਿਹੜੇ ਔਗਣਾਂ ਦਾ ਤਿਆਗ ਕਰਨਾ ਸੀ ਉਹ ਕੀਤਾ ਨਹੀਂ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, मिथ्या रंग संग माया पेख हस्ता, मिथ्या ध्रोह मोह अभिमान, मिथ्या आपस ऊपर करत गुमान। अस्थिर भगत साध की शर्म, नानक जप जप जीवै हर के चरण। पंजवें पातशाह ये प्रमाण सानू सुखमनी साहिब विच दिंदे हन। कहते हैं भाई सब कुछ मिथ्या है। वेखो असी नहीं होवांगे कल नूं समा पा के सूरज चंद्रमा तारे सियारे ये धरती दे दा मालक परमात्मा वाहिगुरू सब कुछ होवेगा, पर असी नहीं होवांगे। इदों पहला असी नहीं हुंदे सी, इत्थे सब कुछ हुंदा सी। फिर आपां की हाँ? आपां किन्नी कु देर वास्ते आए हुए हाँ? गुरदेव पिता सतगुरु जी इसनूं चलाएमान कहंदे ने संसार नूं, ते चलाएमान इसे वास्ते कहंदे ने जाण तो पहला कोई परोपकार कर ले, जाण तो पहला कोई सच्ची कमाई कर ले। संसार तो जाना तो है ही, जिन्नी चलन जानिया से क्यों करें विथार। जाण तो पहला कोई चंगा सोच ले, चंगा कर ले, कोई चंगे पासे अपना आप ला ले। जे तू लिखन लगे कोई चंगा लिख, जे तू बोलन लगे कुछ चंगा बोल, जे तू सोचन लगे कोई चंगा सोच, जे तू चलन लगे किसी चंगे राह ते चल। इसे प्रकार मनुखता दे भले लई ही सतगुरु ने समझाया है कि ऐ जीव नित उठ गावो प्रभ की बाणी, आठ पहर प्रभ सिमरो प्राणी। अठे पहर सिमरन करो। सत्कार प्यार वाला सिख भाई माधो सतगुरु सच्चे पातशाह नूं गुरदेव पिता नूं कहंदा महाराज, श्री गुरु हर राय साहब जी नूं भाई माधो दास कहंदा गुरदेव, कश्मीर दे इलाके दे जिहड़े पंडित लोग ने ना गुरदेव वो सानू मखौल करते ने कि गुरदेव पिता सतगुरु कहन लगे जो वो मखौल करते ने फिर तुसी उन्हां नूं मखौल नहीं करना, तुसी उन्हां दी गल सुन के उत्थे ही छड्ड के जिहड़ा तुहाडा धर्म दा कर्म है वो करी चलो।
साडा धर्म का कर्म की है? गुरदेव कहते किरत करना, मिठा बोलना, अमृत वेले जागना, इशनान करना, चंगा पहरावा रखना, इसे प्रकार भोजन छकण तो पहला शुकराना करना, चंगी संगत विच बैठना, चंगे मनुखां दी संगत करनी, सीस ते दस्तार सजाउणी, हर वक्त गुरु नूं अंग संग जानना, गुर मेरे संग सदा है नाले। गुरदेव कहन लगे जेड़े पंडित तुहानूं मखौल करते ने ना, जदों तुहाडा सुचज्जा जीवन बन गया वो तुहाडे कोलों सिੱਖਿਆ लैण वास्ते आउणगे। वो पंडित ਉਹੀ लोग ਜਿਹੜੇ तुहाडा मौजू उडाउंदे ने, मखौल उडाउंदे ने, तुहानूं हासा ठट्ठा करते ने ना, वो लोग तुहाडे कोलों सिੱਖਿਆ लैण वास्ते बैठणगे, कहणगे सानूं भी ये सिੱਖਿਆ दे कि तेरे गुरु की कितनी चंगी सिੱਖਿਆ कि तू जीवन विच कदे मंदा नहीं कीता, मंदा नहीं सोचिया, मंदे पासे नहीं गया। ऐसा ही होया भाई माधो दास लैके गुरु की सिੱਖਿਆ 7वें पातशाह की जदों इलाके विच गया, अमृत वेला रोजाना संभालन लगा, नितनेम करन लगा, सिੱਖੀ कमाउंदा, सच्ची कमाई करदा, दसवंध कढ़दा, हर वक्त गुरु की भै भावनी विच रहिंदा। ते पंडित जे कोई मखौल करदा ना तो अगों चुप कर जाते हैं। जिथे बोलन हारी है तिथे चंगी चुप। जिवें कबीर साहब ने कहा वो विद्या ही नहीं मैं पढ़ी जिहड़ी विद्या नाल वाद विवाद हुंदा होवे। विद्या ना परों बाद नहीं जानो, हर गुण कथत सुनत बहुरानो। रब दी विद्या ज्ञान नाम लैके मैं बैराग विच हां। कबीर साहब कहंदे सब खलक सियानी मैं बौरा, मैं बौरा सब खलक सियानी। अपने आप नूं मूर्खां दी लाइन विच खड़ा कर लिया ते लोकां नूं कहंदे ये सियाणे ने। हुण गल देखो समझ गोचरे कर लेना, आप रोजाना दे स्रोते हो ना। असल विच कबीर साहब दी निंदा करन वाले, उन्हां दियां वाद घाट गल्लां करन वाले लोग सियाणे नहीं, पर कबीर साहब उन्हां नूं सियाणे कह रहे हैं। क्यों? क्योंकि झगड़ा नहीं पाउणा चाहुंदे, झगड़ा नहीं पाउणा चाहुंदे। जिवें सतगुरु गुरु हरकृष्ण साहब जी औरंगजेब बादशाह के सामने जाके कोई झगड़ा नहीं पाउणा चाहुंदे। ठीक है, बाबा राम राय ने झगड़ा पाया, मैं भी दिल्ली आया, मेरे भरा नूं भी बुलाओ, मेरे भरा नूं भी बुलाओ, मैं आया दिल्ली। औरंगजेब के सामने आना ही पवेगा, उसने सोचिया मजबूर हो जाएंगे। पर अष्टम बलवीरा 8वें पातशाह सतगुरु जी औरंगजेब के सामने नहीं जाते। गुरबाणी का वाक कमाउंदे ने, जो ना भा जंते नारायण तिनका मैं ना करूं दर्शना। मैं उन्हां दा दर्शन ही करना जिहड़े तेरी बंदगी नहीं करते, जिहड़े सच दे राह ते नहीं चलते। सुचज्जा जीवन सतगुरु अपने गुरसिखां नूं दिंदे रहे, क्योंकि दो प्रकार का इतिहास है, एक सतगुरु का इतिहास है, एक गुरसिखां का इतिहास है। गुरसिखां का इतिहास पढ़ांगे ना तो ऐसे ऐसे नुकते सानू मिलणगे इतिहास दे कि साडा मन ठहर जाएगा, साडा मन रुक जाएगा, साडा मन मनण वाले पासे आ जाएगा। ते गुरु सवारियो अज दे शब्द अंदर महाराज कहंदे ने, वो संत ने
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਮਾਈ ਕੀਤੀ ਹੈ, ਆਪ ਵੀ ਜਪਿਆ, ਹੋਰਨਾਂ ਨੂੰ ਵੀ ਜਪਾਇਆ। ਮੰਨੈ ਤਰੈ ਤਾਰੇ ਗੁਰ ਸਿੱਖ, ਆਪ ਵੀ ਸਿੱਖ ਤਰਦਾ, ਭਵਜਲ ਤੋਂ ਪਾਰ ਹੁੰਦਾ, ਤੇ ਦੂਜਿਆਂ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ। ਸੰਤਨ ਪੈ ਆਪ ਉਧਾਰਨ ਆਇਓ, ਉਧਾਰ ਕਰਨ ਵਾਸਤੇ ਆਉਂਦੇ ਨੇ ਰੱਬ ਦੇ ਭਗਤ। ਭਗਤ ਉਹੀ ਹੈ ਜਿਸ ਦਾ ਹਰ ਵਕਤ ਭਗਤੀ ਭਾਵ ਵਿੱਚ ਧਿਆਨ ਲੱਗਿਆ ਰਹਿੰਦਾ ਹੈ, ਜਿਸ ਨੇ ਜਾਣ ਲਿਆ ਹੈ ਕਿ ਮੈਂ ਇੱਕ ਵੀ ਸਵਾਸ ਵਿਅਰਥ ਨਹੀਂ ਜਾਣ ਦੇਣਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਸਵਾਸ ਨਹੀਂ ਵਿਅਰਥ ਜਾਣ ਦਿੰਦਾ। ਸੰਤਨ ਪੈ ਆਪ ਉਧਾਰਨ ਆਇਓ, ਰਹਾਉ ਦਰਸ਼ਨ ਭੇਟਤ ਹੋਤ ਪੁਨੀਤਾ, ਹਰ ਹਰ ਮੰਤਰ ਦ੍ਰਿੜਾਇਓ। ਗੁਰ ਮੰਤਰ ਦ੍ਰਿੜ ਕਰਵਾ ਦਿੱਤਾ ਹਰੀ ਦਾ, ਨਿਰੰਕਾਰ ਦੇ ਘਰ ਦਾ। ਇੱਕ ਵਾਰ ਦਰਸ਼ਨ ਕਰ ਲਓ ਉਹਨਾਂ ਪਿਆਰਿਆਂ ਦਾ, ਹੋਤ ਪੁਨੀਤਾ, ਮੈਲੇ ਤੋਂ ਮੈਲੇ ਮਨੁੱਖ ਨੂੰ ਵੀ ਪਵਿੱਤਰਤਾ ਮਿਲਦੀ ਹੈ, ਕਿਉਂਕਿ ਉਹਨਾਂ ਦਾ ਦਰਸ਼ਨ ਭਾਗਾਂ ਨਾਲ ਮਿਲਦਾ। ਜਪਣ ਵਾਲਿਆਂ ਦਾ ਇੱਕ ਦਰਸ਼ਨ ਆਪਾਂ ਮੰਗਦੇ ਹਾਂ ਨਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ, ਨਾਮ ਚਿਤ ਆਵੇ। ਰੱਬ ਜੀ, ਪਰਮੇਸ਼ਰ ਵਾਹਿਗੁਰੂ ਜੀ, ਤੇਰਾ ਨਾਮ ਸਾਨੂੰ ਚੇਤੇ ਆਵੇ। ਜੇ ਹੁਣ ਆਪਾਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਚੇਤੇ ਕਰੇ, ਫਿਰ ਕੀ ਕਰਨਾ ਪੈਣਾ? ਜਿਹੜਾ ਵੀ ਮਨੁੱਖ ਮਿਲੇ ਉਸ ਨੂੰ ਫਤਿਹ ਬੁਲਾ ਦਿਓ, ਜਿਹੜਾ ਵੀ ਮਨੁੱਖ ਮਿਲੇ ਉਸ ਨੂੰ ਰਾਮ ਰਾਮ ਬੁਲਾ ਦਿਓ, ਜਿਹੜਾ ਵੀ ਮਨੁੱਖ ਮਿਲੇ ਉਸ ਨੂੰ ਸਜਦਾ ਕਰ ਦਿਓ। ਨਹੀਂ ਵੀ ਜਾਣਦਾ ਨਾ, ਤੇ ਤੁਸੀਂ ਜਦੋਂ ਫਤਿਹ ਬੁਲਾ ਦਿੱਤੀ, ਉਹ ਸੋਚੀ ਪੈ ਜਾਏਗਾ ਵੀ ਇਹ ਕੌਣ ਹੈ ਬੰਦਾ, ਕਿੱਥੇ ਦੇਖਿਆ, ਕਦੋਂ ਮਿਲਿਆ। ਸੰਸਾਰ ਵਿੱਚ ਤਾਂ ਕੋਈ ਜਾਣ ਪਛਾਣ ਤੋਂ ਬਿਨਾਂ ਫਤਿਹ ਨਹੀਂ ਬੁਲਾਉਂਦਾ, ਤੇ ਜਾਣ ਪਛਾਣ ਵਾਲੇ ਵੀ ਫਤਿਹ ਨਹੀਂ ਬੁਲਾਉਂਦੇ, ਇਹ ਕੌਣ ਹੈ? ਫਿਰ ਉਸ ਨੂੰ ਚੇਤੇ ਆਏਗਾ, ਇਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ, ਜੋ ਸਭ ਨੂੰ ਇੱਕ ਬਰਾਬਰ ਫਤਿਹ ਬੁਲਾ ਰਿਹਾ ਹੈ, ਜਿਸ ਨੂੰ ਸੋਝੀ ਆ ਗਈ ਹੈ, ਸਮਝ ਆ ਗਈ ਹੈ ਕਿ ਫਤਿਹ ਵਿੱਚ ਸਿਮਰਨ ਹੈ ਵਾਹਿਗੁਰੂ ਦਾ। ਇਹ ਬੁਲਾਉਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ। ਉਸ ਦਾ ਦਰਸ਼ਨ ਭਾਗਾਂ ਨਾਲ ਮਿਲਦਾ, ਜੋ ਹਮੇਸ਼ਾ ਲਈ ਹਰ ਸਵਾਸ ਜਪਦਾ ਤੇ ਨਾਮ ਦੀ ਸੰਭਾਲ ਕਰਦਾ। ਦਰਸ਼ਨ ਚਾਰ ਪ੍ਰਕਾਰ ਦਾ, ਇੱਕ ਸੁਪਨ ਦਰਸ਼ਨ ਹੈ, ਸੁਪਨੇ ਵਿੱਚ ਵੀ ਕੋਈ ਚੀਜ਼ਾਂ ਅਸੀਂ ਦੇਖਦੇ ਹਾਂ ਪਰ ਹੁੰਦੀਆਂ ਨਹੀਂ। ਇੱਦਾਂ ਹੀ ਇੱਕ ਤਸਵੀਰ ਦਾ ਦਰਸ਼ਨ ਹੈ, ਗੁਰਮਤਿ ਵਿੱਚ ਤਸਵੀਰ ਦਾ ਦਰਸ਼ਨ ਵੀ ਪ੍ਰਵਾਨ ਨਹੀਂ ਹੈ। ਇਸੇ ਪ੍ਰਕਾਰ ਇੱਕ ਦਰਸ਼ਨ ਹੈ ਸਰਵਣ ਦਰਸ਼ਨ, ਜਿਵੇਂ ਆਪਾਂ ਕਥਾ ਸੁਣ ਰਹੇ ਹਾਂ, ਪਰਮਾਤਮਾ ਦੇ ਗੁਣ ਸੁਣ ਰਹੇ ਹਾਂ, ਇਹ ਸਰਵਣ ਦਰਸ਼ਨ ਹੈ, ਇਹ ਵੀ ਭਾਗਾਂ ਨਾਲ ਮਿਲਦਾ ਹੈ। ਤੇ ਚੌਥਾ ਹੈ ਪ੍ਰਤੱਖ ਦਰਸ਼ਨ, ਜ਼ਾਹਰਾ ਰੂਪ ਵਿੱਚ ਦਰਸ਼ਨ, ਉਹ ਭਾਗਾਂ ਨਾਲ ਹੀ ਮਿਲਿਆ ਕਰਦਾ। ਦਰਸ਼ਨ ਭੇਟਤ ਹੋਤ ਪੁਨੀਤਾ, ਹਰ ਹਰ ਮੰਤਰ ਦ੍ਰਿੜਾਇਓ, ਕਾਟੇ ਰੋਗ ਭਏ ਮਨ ਨਿਰਮਲ, ਹਰ ਹਰ ਔਖਦ ਖਾਇਓ। ਨਾਮ ਨੂੰ ਦਵਾਈ ਸਮਝ ਕੇ ਖਾਧਾ, ਤੇ ਮਨੁੱਖ ਦਵਾਈ ਖਾਂਦਾ ਨਾ, ਸਮੇਂ ਸਿਰ ਚੇਤੇ ਰੱਖਦਾ ਵੀ ਡਾਕਟਰ ਨੇ ਕਿਹਾ ਸੀ 3 ਟਾਈਮ ਦਵਾਈ ਲੈਣੀ ਹੈ, ਤੇ ਸਮੇਂ ਸਿਰ ਦਵਾਈ ਲੈਂਦਾ। ਕਿਉਂ? ਚਾਹੁੰਦਾ ਸਰੀਰ ਵਿੱਚੋਂ ਰੋਗ ਬਾਹਰ ਚਲਾ ਜਾਏ ਤੇ ਮੇਰਾ ਸਰੀਰ ਨਿਰੋਗ ਹੋ ਜਾਏ, ਤੰਦਰੁਸਤ ਹੋ ਜਾਏ। ਗੁਰਦੇਵ ਕਹਿੰਦੇ ਇੱਦਾਂ ਹੀ ਨਾਮ ਜਪਣ ਵਾਲੇ ਆਪਣੇ ਸਾਰੇ ਰੋਗਾਂ ਨੂੰ ਕੱਟਣ ਵਾਸਤੇ ਨਾਮ ਜਪਦੇ ਨੇ।
ਨਾਮ ਦੀ ਔਖਦ ਲੈਂਦੇ ਨੇ। ਔਖਦ ਤੇਰੋ ਨਾਮ ਦਇਆਲ। ਵਾਹਿਗੁਰੂ ਦਾ ਨਾਮ ਔਖਦ ਹੈ, ਦਵਾਈ ਹੈ। ਫਿਰ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਨੇ ਪਾਤਸ਼ਾਹ। ਅਸਥਿਰ ਭਏ ਬਸੇ ਸੁਖ ਥਾਨਾ, ਬੌਰ ਨ ਕਤਹੁ ਧਾਇਓ। ਜਿਹੜੇ ਤੰਦਰੁਸਤ ਹੋ ਗਏ, ਉਹ ਟਿਕ ਗਏ, ਉਹ ਵਾਰ-ਵਾਰ ਸੰਸਾਰ ਵਿੱਚ ਭਟਕਦੇ ਨਹੀਂ, ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਉਹਨਾਂ ਨੂੰ ਰੱਬ ਦੇ ਚਰਨਾਂ ਵਿੱਚ ਥਾਂ ਮਿਲ ਗਈ। ਕਾਟੇ ਕਸ਼ਟ ਪੂਰੇ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਉਹਨਾਂ ਦੇ ਸਾਰੇ ਕਸ਼ਟ ਕੱਟੇ ਗਏ, ਦੁੱਖ ਕੱਟੇ ਗਏ। ਚਰਨਾਂ ਵਿੱਚ ਉਹਨਾਂ ਨੇ ਥਾਂ ਬਣਾ ਲਈ। ਸੰਤ ਪ੍ਰਸਾਦ ਤਰੇ ਕੁਲ ਲੋਗਾ, ਨਾਨਕ ਲਿਪਤ ਨ ਮਾਇਓ। ਸੰਤਾਂ ਦੀ ਕਿਰਪਾ ਦੁਆਰਾ ਤਰੇ ਕੁਲ ਲੋਗਾ, ਜਿਹੜੇ ਉਹਨਾਂ ਦੀ ਗ੍ਰਿਫਤ ਵਿੱਚ ਆ ਜਾਣ, ਉਹਨਾਂ ਦੀ ਸ਼ਰਨ ਵਿੱਚ ਆ ਜਾਣ, ਉਹਨਾਂ ਨਾਲ ਛੁਹਾਏ ਜਾਣ। ਜਿਵੇਂ ਚੰਦਨ ਨਾਲ, ਜਿਹੜੀ ਲੱਕੜ ਚੰਦਨ ਦੀ ਸੰਗਤ ਵਿੱਚ ਆ ਜਾਂਦੀ ਹੈ, ਉਹ ਚੰਦਨ ਹੋ ਜਾਂਦੀ ਹੈ, ਉਹ ਚੰਦਨ ਹੋ ਜਾਂਦੀ ਹੈ। ਕਿਉਂਕਿ ਚੰਦਨ ਤਰਵਰ ਕੈ ਸੰਗ, ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੈ ਨ ਜਾਈ। ਅਭੇਦ ਹੋ ਗਏ, ਲੀਨ ਹੋ ਗਏ। ਸੰਤ ਪ੍ਰਸਾਦ ਤਰੇ ਕੁਲ ਲੋਗਾ, ਨਾਨਕ ਲਿਪਤ ਨਾ ਮਾਇਓ। ਇੱਥੇ ਮਾਇਓ ਤੋਂ ਭਾਵ ਹੈ ਮਾਇਆ। ਉਹਨਾਂ ਨੂੰ ਲਿਪਾਏ ਮਾਨ ਨਹੀਂ ਕਰਦੀ ਮਾਇਆ। ਤਰੇ ਕੁਲ ਲੋਗਾ, ਆਪ ਵੀ ਤਰ ਗਏ, ਉਹਨਾਂ ਦੀ ਕੁਲ ਵੀ ਤਰ ਗਈ। ਜਿਵੇਂ ਕਵੀ ਰਾਜ ਕਵੀ ਸੰਤੋਖ ਸਿੰਘ ਨੇ ਜਦੋਂ ਵਡਿਆਈ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ, ਉੱਥੇ ਪੰਜਵੇਂ ਪਾਤਸ਼ਾਹ ਪਾਸੋਂ ਫਿਰ ਮੰਗਿਆ, ਸਤਿਗੁਰ ਮਮ ਬੇਰੀ ਕਾਟੋ, ਨਿਜ ਬੇਰੀ ਪਰ ਚਾਰ। ਇਹ ਬੇਰੀ ਭਵ ਸਫਲ ਹੋਏ, ਬਿਨ ਬੇਰੀ ਕਰ ਪਾਰ। ਬੇਰੀ ਸ਼ਬਦ 3 ਵਾਰ ਆਇਆ, ਪਰ ਤਿੰਨੇ ਵਾਰ ਵੱਖਰੇ ਵੱਖਰੇ ਅਰਥਾਂ ਵਿੱਚ ਆਇਆ। ਪਹਿਲਾ ਅਰਥ ਕਰਦੇ ਨੇ, ਕਿਉਂਕਿ ਉਹ ਵਿਦਵਾਨ ਸੱਜਣ ਨੇ, ਕਵੀ ਰਾਜ ਕਵੀ ਸੰਤੋਖ ਸਿੰਘ, ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਕਵਿਤਾ ਵਿੱਚ ਲਿਖਿਆ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸਭ ਤੋਂ ਲੰਮੀ ਕਵਿਤਾ ਕਵੀ ਰਾਜ ਕਵੀ ਸੰਤੋਖ ਸਿੰਘ ਦੀ ਦੇਖ ਕੇ ਚੂੜਾਮਣੀ ਦਾ ਉਹਨਾਂ ਨੂੰ ਖਿਤਾਬ ਮਿਲਿਆ ਹੋਇਆ। ਖੈਰ, ਬੇਨਤੀ ਕਰਦੇ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਪਕੜ ਕੇ, ਕਿਉਂਕਿ ਉਹਨਾਂ ਨੂੰ ਭਰੋਸਾ ਹੈ ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗਵੇ ਤਰੋ। ਸਾਰੀ ਸ੍ਰਿਸ਼ਟੀ ਤਰ ਸਕਦੀ ਹੈ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਪਕੜ ਲਈਏ। ਅਰਦਾਸ ਕਰਦੇ ਨੇ, ਸਤਿਗੁਰ ਮਮ ਬੇਰੀ ਕਾਟੋ। ਪਹਿਲਾ ਬੇਰੀ ਦਾ ਅਰਥ ਆਇਆ ਬੇੜੀਆਂ, ਬੰਧਨ, ਮਾਇਆ ਦੇ ਬੰਧਨ, ਪਰਿਵਾਰ ਦੇ ਬੰਧਨ, ਸਰੀਰ ਦੇ ਬੰਧਨ ਕੱਟ ਦਿਓ। ਸਤਿਗੁਰ ਮਮ ਬੇਰੀ ਕਾਟੋ। ਫਿਰ ਦੂਜੀ ਵਾਰ ਸ਼ਬਦ ਆਇਆ ਨਿਜ ਬੇਰੀ ਪਰ ਚਾਰ। ਨਾਮ ਦੀ ਬੇੜੀ ਵਿੱਚ, ਸੱਚ ਦੀ ਬੇੜੀ ਵਿੱਚ ਸੱਚੇ ਪਾਤਸ਼ਾਹ ਸਵਾਰ ਕਰ ਲਓ। ਨਿਜ ਬੇਰੀ ਪਰ ਚਾਰ, ਇਹ ਬੇਰੀ ਭਾਵ ਸਫਲ ਹੋਏ। ਤੀਜੀ ਵਾਰ ਕਹਿੰਦੇ ਨੇ, ਆ ਜਿਹੜੀ ਸਾਨੂੰ ਵਾਰੀ ਮਿਲੀ ਹੈ ਮਨੁੱਖਾ ਜੀਵਨ ਦੀ, ਤੇ ਅਖੀਰ ਵਿੱਚ ਕਹਿੰਦੇ ਨੇ ਬਿਨ ਬੇਰੀ ਕਰ ਪਾਰ। ਅਖੀਰ ਵਿੱਚ ਅਰਥ ਹੈ ਦੇਰੀ, ਦੇਰ ਨਾ ਲਾਈ। ਸਤਿਗੁਰ ਮਮ ਬੇਰੀ ਕਾਟੋ, ਨਿਜ ਬੇਰੀ ਪਰ ਚਾਰ। ਇਹ ਬੇਰੀ ਭਵ ਸਫਲ ਹੋਏ, ਬਿਨ ਬੇਰੀ ਕਰ ਪਾਰ। ਕਿਰਪਾ ਕਰੋ ਬਿਨਾਂ ਦੇਰ ਕੀਤਿਆਂ ਸਾਨੂੰ ਪਾਰ ਲੰਘਾ ਲਓ। ਸਤਿਗੁਰੂ ਜਦੋਂ ਤਰੁੱਠ ਪੈਂਦੇ ਨੇ, ਸਤਿਗੁਰੂ ਹੈ ਗੋਹੇ ਥਾਲ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਅਸੀਂ ਵੀ ਗੁਰੂ ਦਾ ਪੱਲਾ ਪਕੜੀਏ, ਗੁਰੂ ਵਾਲੇ ਬਣੀਏ। ਸੁਚੱਜਾ ਜੀਵਨ, ਐਸਾ ਜੀਵਨ
ਜਿਸ ਜੀਵਨ ਵਿੱਚ ਪਰਉਪਕਾਰ ਹੋਣ ਬ੍ਰਹਮ ਗਿਆਨੀ, ਪਰਉਪਕਾਰ ਉਮਾਹ। ਆਪਣੇ ਜੀਵਨ ਵਿੱਚ ਸੇਵਾ ਸਿਮਰਨ ਨਾਮ ਬਾਣੀ ਸਤ ਸੰਗਤ ਕਰਦਿਆਂ, ਇਹ ਕਮਾਈ ਕਰਦਿਆਂ, ਗੁਰੂ ਗੁਰੂ ਜਪਦਿਆਂ, ਗੁਰੂ ਨੂੰ ਅੰਗ ਸੰਗ ਸਮਝਦਿਆਂ ਭਾਵਨਾ ਬਣਾਈਏ, ਤਾਂ ਕਿ ਸਾਡਾ ਵੀ ਇਹ ਜ਼ਿੰਦਗੀ ਦਾ ਜਿਹੜਾ ਬੇੜਾ ਹੈ ਆਤਮਾ ਰੂਪੀ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਮਾਣ ਹੋ ਸਕੇ। ਸਤਿਗੁਰੂ ਸਭਨਾਂ ਦੀ ਯਾਤਰਾ ਸਫਲੀ ਕਰਨ, ਹਾਜ਼ਰੀਆਂ ਪ੍ਰਵਾਨ ਕਰਨ, ਵਿਚਾਰ ਹਿਰਦੇ ਵਿੱਚ ਵਸਾ ਲੈਣੇ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ